ਸਾਨੂੰ ਸੁਣਨ ਨੂੰ ਆ ਰਿਹਾ ਸੀਗਾ ਕਿ ਬੀਜੇਪੀ ਵਾਲੇ ਕਹਿ ਰਹੇ ਸੀਗੇ ਕਿ ਯੂਥ ਕਾਂਗਰਸ ਜਦੋਂ ਇੱਥੇ ਆਊਗੀ ਤੇ ਉਹਦਾ ਸਵਾਗਤ ਅਸੀਂ ਇੱਟਾਂ ਨਾਲ ਪੱਥਰਾਂ ਨਾਲ ਕਰਾਂਗੇ। ਸੋ ਬੜੀ ਘਟੀਆ ਮਾਨਸਿਕਤਾ ਦੇ ਲੋਕ ਨੇ। अगर पत्थरबाजी की गल करिए तो कैमरा से यही चीज़ रिकॉर्ड हुई है कि पहला ਤੁਹਾਡੀ तरफ तो जो पत्थरबाजी हुई है ਤੇ 49 ਸੈਕਿੰਡ ਦੇ ਵਿੱਚ ਹੀ ਇੱਕ ਲੜਕੇ ਵੱਲੋਂ ਆਪਣੀ ਜੇਬ ਚੋਂ ਪੱਥਰ ਕੱਢ ਕੇ ਸਾਡੇ ਯੁਵਾਵਾਂ ਤੇ ਮਾਰਿਆ ਜਾਂਦਾ। ਮੇਰੇ ਕੋਲ ਰਿਕਾਰਡ ਹੈ कि वो बीजेपी का कार्यकर्ता सी। ਬਿਲਕੁਲ ਬੀਜੇਪੀ ਦਾ ਕਾਰਜਕਰਤਾ ਸੀ, ਉੱਪਰ ਬੀਜੇਪੀ ਦੇ ਲੀਡਰਾਂ ਦੇ ਨਾਲ ਖੜਿਆ ਹੋਇਆ ਸੀ। मगर सर जो जे आप पूरा इंसीडेंट देखिए तुसी कह रहे हो कि बीजेपी वालों पत्थर आए, अगर वो गलत कर रहे ने तो तुसी भी गलत करोगे बिकॉज कायल है जो बीजेपी के कार्यकर्ता भी हुए ने। ਜਿਹੜੀ ਸਟਾਰਟਿੰਗ ਹੈ ਉਹ ਬੀਜੇਪੀ ਵੱਲੋਂ ਕੀਤੀ ਗਈ। ਪੱਥਰ ਉੱਥੇ ਜਦੋਂ ਉਹਨਾਂ ਨੇ ਸਟਾਰਟ ਕੀਤਾ ਤੇ ਸਾਡੇ ਯੁਵਾਵਾਂ ਜਿਹੜੇ ਸਾਡੇ ਕਾਰਜਕਰਤਾਵਾਂ ਵੱਲੋਂ ਵੀ ਮੈਂ ਡਿਨਾਈ ਨਹੀਂ ਕਰਦਾ ਹੋਇਆ ਹੋਊਗਾ। मगर सर जो बीजेपी ते पत्थरबाजी हो रही सी, ਤੁਹਾਨੂੰ ਪਤਾ ਹੈ ਕਿ ਉੱਥੇ ਇੱਕ ਫਲਾਈਓਵਰ ਹੈ ਤਾਂ ਫਲਾਈਓਵਰ ਦੇ ਉੱਪਰ ਦੀ ਹੋ ਰਹੀ ਸੀ, ਉਹ ਵੀ ਚੀਜ਼ਾਂ ਰਿਕਾਰਡ ਨੇ ਕਿ ਉਹ ਕਾਂਗਰਸ ਦੇ ਕਾਰਜਕਰਤਾ ਨਹੀਂ ਸੀ ਜੋ ਫਲਾਈਓਵਰ ਤੋਂ ਪੱਥਰਬਾਜੀ ਕਰ ਰਹੇ ਸੀ। ਬਿਲਕੁਲ ਨਹੀਂ, ਜਿਹੜੇ ਵੀ ਕਾਂਗਰਸ ਦੇ ਕਾਰਜਕਰਤਾ ਸੀ ਉਹ ਨੀਚੇ ਖੜੇ ਸੀ। ਮੈਨੂੰ ਨਹੀਂ ਪਤਾ ਉਸ ਬਾਰੇ। ਦੇਖੋ ਬੀਜੇਪੀ ਨੂੰ ਕੋਈ ਮੂੰਹ ਨਹੀਂ ਲਾ ਰਿਹਾ ਜਦੋਂ ਤੱਕ ਕਿਸਾਨੀ ਮੁੱਦਾ ਚੱਲ ਰਿਹਾ। ਝੂਠੇ ਧਰਨੇ ਲਗਾਉਂਦੇ ਆ, ਝੂਠੀਆਂ ਐਲੀਗੇਸ਼ਨਸ ਲਗਾਉਂਦੇ ਆ। ਜੇ ਤੁਹਾਡਾ ਵਿਰੋਧ ਹੋ ਰਿਹਾ ਪਹਿਲਾਂ ਤਾਂ ਤੁਸੀਂ ਉਸ ਚੀਜ਼ ਨੂੰ ਠੀਕ ਕਰਨ ਦੀ ਕੋਸ਼ਿਸ਼ ਕਰੋ। ਕਿਹੜੇ ਝੂਠੇ ਧਰਨਿਆਂ ਦੀ ਗੱਲ ਕਰ ਰਹੇ ਹੋ, ਕਿਹੜੇ ਝੂਠੇ ਐਲੀਗੇਸ਼ਨਸ ਦੀ ਗੱਲ? ਚਾਹੇ ਉਹ ਇੰਪਰੂਵਮੈਂਟ ਟਰਸਟ ਦੇ ਬਾਅਦ ਜਿਹੜਾ ਇੰਪਰੂਵਮੈਂਟ ਟਰਸਟ ਵਾਲਾ ਮੁੱਦਾ ਆਇਆ ਤਾਂ ਮੈਂ ਪੁੱਛਣਾ ਚਾਹੂੰਗੀ ਉਸ ਦਿਨ ਜੋ ਯੁਵਾ ਕਾਂਗਰਸ ਸੀ ਉਹਦੇ ਕਾਰਜਕਰਤਾ ਵਿੱਚ ਇੰਨਾ ਜੋਸ਼ ਸੀਗਾ ਕਿ ਗੇਟ ਤੋੜਤਾ, ਕੀ ਤੁਸੀਂ ਉਹਨੂੰ ਸਹੀ ਮੰਨਦੇ ਹੋ? ਕੁਝ ਜੀ ਬੀਜੇਪੀ ਨੇ ਜੇ ਉੱਥੇ ਤਾਲਾ ਲਗਾਇਆ ਸੀਗਾ ਤਾਂ ਹੀ ਉਹ ਚੀਜ਼ ਉਹ ਤਾਲਾ ਤੋੜਨ ਦੇ ਚੱਕਰ ਦੇ ਵਿੱਚ ਜੋ ਹੋਇਆ ਕਿ ਤੁਸੀਂ ਕਹਿੰਦੇ ਹੋ ਜੀ ਇਹਦੇ ਵਿੱਚ ਘਪਲਾ ਹੋਇਆ। ਉਹ ਕਹਿੰਦੇ ਜੀ ਅਸੀਂ ਕੈਂਸਲ ਕਰ ਦਿੰਦੇ ਦੁਬਾਰਾ ਕਰ ਲਓ ਜਿਹਨੇ ਲੈਣਾ। ਜਿੱਥੇ ਵੀ ਇਲਜ਼ਾਮ ਲੱਗੂਗਾ ਕਿ ਸਕੈਮ ਹੋਇਆ ਤਾਂ ਗਵਰਨਮੈਂਟ ਆ ਕੇ ਉਹਨੂੰ ਰੱਦ ਕਰ ਦੂਗੀ, ਫਿਰ ਇਹ ਸਿਲਸਿਲਾ ਤਾਂ ਚੱਲਦਾ ਹੀ ਰਹੂਗਾ। ਬਟ ਉਸ ਤੋਂ ਬਾਅਦ ਤੁਹਾਡਾ ਇੱਕ ਵੀਡੀਓ ਆਉਂਦਾ ਸੋਸ਼ਲ ਮੀਡੀਆ ਦੇ ਵਿੱਚ, ਉਸ ਦੇ ਵਿੱਚ ਤੁਸੀਂ ਕੁਝ ਵਰਡਿੰਗਸ ਯੂਜ਼ ਕੀਤੀਆਂ ਨੇ, ਟਾਈਮ ਪਾ ਲਓ। ਇੱਕ ਬੀਜੇਪੀ ਦੇ ਨੇਤਾ ਸ਼੍ਰੀ ਦੇਵੀ ਜੀ ਉਹ ਕਹਿੰਦੇ ਨੇ ਜੇ ਤੁਸੀਂ ਆਪਣੇ ਪਿਓ ਦੇ ਪੁੱਤਰ ਹੋ ਤੇ ਆਓ। ਜਦੋਂ ਉੱਥੇ ਆਪਾਂ ਖੜੇ ਸੀ ਉਦੋਂ ਤਾਂ ਉਹਨਾਂ ਦੀ ਹਿੰਮਤ ਨਹੀਂ ਸੀ ਕਿ ਬਾਹਰ ਆ ਜਾਈਏ। ये जो राजनीति है सिर्फ धमकियां दी रह गई है कि अगर एक पार्टी धमकी दे रही है तो दूजा भी जवाब है जो धमकी च दिता जाएगा। ਜਿਹੜਾ ਬੀਜੇਪੀ ਵਾਲੇ ਨੇ ਉਹ ਹਮੇਸ਼ਾ ਭੜਕਾਊ ਭਾਸ਼ਣ ਭੜਕਾਉਣ ਦੀ ਗੱਲ ਕਰਦੇ ਆ। खबर दिन पर देख रहे तमाम दर्शकों का मैं एकता सिंगला स्वागत करती हाँ। अज साडे नाल मौजूद ने योगेश हांडा जी, लुधियाना युवा कांग्रेस के प्रधान ने। गल करांगे इन्हां नाल जो पिछले दिनी इंसीडेंट होया बीजेपी और युवा कांग्रेस दे विच जो एक थोड़ा जिहा गर्म माहौल देखने को मिला, उस संबंधी इन्हां नाल गलबात करांगे। सर स्वागत है तुहाडा। नमस्कार जी। सर पहला तो असीं जानना चाहांगे पूरा इंसीडेंट की होया सी जो उस दिन होया बीजेपी और तुहाडे विच, की इंसीडेंट सी वो पूरा? जी ਲੁਧਿਆਣਾ ਯੂਥ ਕਾਂਗਰਸ ਦੀ ਸਮੁੱਚੀ ਟੀਮ ਜਦੋਂ ਬੀਜੇਪੀ ਦਾ ਦਫ਼ਤਰ ਮਹਿੰਗਾਈ ਦੇ ਮੁੱਦੇ ਤੇ ਔਰ ਮੋਦੀ ਸਰਕਾਰ ਦੀ ਤਾਨਾਸ਼ਾਹੀ ਦੇ ਮੁੱਦੇ ਤੇ ਔਰ ਕਿਸਾਨਾਂ ਦੇ ਹੱਕ ਦੇ ਵਿੱਚ ਜਦੋਂ ਘੇਰਨ ਜਾ ਰਹੇ ਸੀ ਤਾਂ ਜਦੋਂ ਉੱਥੇ ਪਹੁੰਚੇ ਹੀ ਆ ਤੇ ਜਿੱਦਾਂ ਪਲਾਨਡ ਹੁੰਦਾ, ਕਿਉਂਕਿ ਇੱਕ ਦਿਨ ਪਹਿਲਾਂ ਤੋਂ ਹੀ ਸਾਨੂੰ ਸੁਣਨ ਨੂੰ ਆ ਰਿਹਾ ਸੀਗਾ ਕਿ ਬੀਜੇਪੀ ਵਾਲੇ ਕਹਿ ਰਹੇ ਸੀਗੇ ਕਿ ਯੂਥ ਕਾਂਗਰਸ ਜਦੋਂ ਇੱਥੇ ਆਊਗੀ ਤੇ ਉਹਦਾ ਸਵਾਗਤ ਅਸੀਂ ਇੱਟਾਂ ਨਾਲ ਪੱਥਰਾਂ ਨਾਲ ਕਰਾਂਗੇ। ਸੋ ਉਹਨਾਂ ਨੇ ਬਖੂਬੀ ਉਹੀ ਰੋਲ ਨਿਭਾਇਆ। ਸੋ ਬੜੀ ਘਟੀਆ ਮਾਨਸਿਕਤਾ ਦੇ ਲੋਕ ਨੇ, ਸੋ ਉਹਨਾਂ ਨੂੰ ਸ਼ਰਮ ਆਉਣੀ ਚਾਹੀਦੀ ਹੈ। सर मगर अगर आप देखा जाए उस टाइम मीडिया उत्थे मौजूद सी, सब कुछ रिकॉर्ड होया है। अगर पत्थरबाजी की गल करिए तो कैमरा से यही चीज़ रिकॉर्ड हुई है कि पहला तुहाडी तरफ तो जो पत्थरबाजी हुई है? जी मैं एक चैनल के माध्यम राही मैं तुहानूं दस देना चाहना कि कल भी फ्लैश होया हैगा, मेरे को भी वीडियो हैगी है। वो असी जिद्दां ही उत्थे एंटर करते हैं तो बीजेपी के ऑफिस के बाहर सिर्फ 49 सैकेंड होंदे है सानू उत्थे तक पहुँचते, तो 49 सैकेंड दे विच ही एक लड़के वालों अपनी जेब चों पत्थर कढ़ के साडे युवावां ते मारिया जांदा। मेरे कोल रिकॉर्ड है जिहड़ी एक चैनल के माध्यम राही रिकॉर्ड किया गया। कि वो बीजेपी का कार्यकर्ता सी? बिल्कुल बीजेपी का कार्यकर्ता सी, उपर बीजेपी के लीडरां दे नाल खड़िया होया सी जी।
ਮਗਰ ਸਰ ਜੋ ਜੇ ਆਪਾਂ ਪੂਰਾ ਇਨਸੀਡੈਂਟ ਦੇਖੀਏ, ਤੁਸੀਂ ਕਹਿ ਰਹੇ ਹੋ ਕਿ ਬੀਜੇਪੀ ਵੱਲੋਂ ਪੱਥਰ ਆਏ, ਅਗਰ ਉਹ ਗਲਤ ਕਰ ਰਹੇ ਨੇ ਤਾਂ ਤੁਸੀਂ ਵੀ ਗਲਤ ਕਰੋਗੇ, ਬਿਕੋਜ਼ ਕਾਇਲ ਹੈ ਜੋ ਬੀਜੇਪੀ ਦੇ ਕਾਰਿਆਕਰਤਾ ਵੀ ਹੋਏ ਨੇ। ਦੇਖੋ ਬੜੀ ਮੰਦਭਾਗੀ ਗੱਲ ਹੈ, ਇਹ ਕੰਮ ਨਹੀਂ ਸੀ ਹੋਣਾ ਚਾਹੀਦਾ, ਲੇਕਿਨ ਜਿਹੜੀ ਸਟਾਰਟਿੰਗ ਹੈ ਉਹ ਬੀਜੇਪੀ ਵੱਲੋਂ ਕੀਤੀ ਗਈ। ਜਦੋਂ ਕਿਸੇ ਦੇ ਲੱਗਦੀ ਹੈ, ਚਾਹੇ ਉਹ ਕੋਈ ਵੀ ਹੋਊਗਾ, ਸੋ ਕਾਊਂਟਰ ਕਰੂਗਾ। ਤੋ ਪੱਥਰ ਉੱਥੇ ਜਦੋਂ ਉਹਨਾਂ ਨੇ ਸਟਾਰਟ ਕੀਤਾ ਤੇ ਸਾਡੇ ਯੁਵਾਵਾਂ ਜਿਹੜੇ ਸਾਡੇ ਕਾਰਿਆਕਰਤਾਵਾਂ ਵੱਲੋਂ ਵੀ ਮੈਂ ਡਿਨਾਈ ਨਹੀਂ ਕਰਦਾ ਹੋਇਆ ਹੋਊਗਾ, ਬਟ ਸਟਾਰਟਿੰਗ ਜਿਹੜੀ ਹੈ ਉਹਨਾਂ ਵੱਲੋਂ ਕੀਤੀ ਗਈ। ਜਿਹੜਾ ਪਹਿਲਾ ਪੱਥਰ ਹੀ ਵੱਜਿਆ ਉਹ ਸਾਡੇ ਇੱਕ ਦੋਸਤ ਦੇ ਸੀਗਾ, ਵਿੱਚ ਖੜਿਆ ਸੀ, ਉਹਦੇ ਅੱਖ ਦੇ ਉੱਤੇ ਲੱਗੀ। ਬੜੀ ਅੱਖ ਅਜੇ ਤੱਕ ਉਹਦੀ ਬੰਦ ਹੈ, ਸੀਐਮਸੀ ਹਸਪੀਟਲ ਦੇ ਵਿੱਚ ਉਹ ਐਡਮਿਟ ਹੈ। ਬਹੁਤ ਮੁਸ਼ਕਿਲ ਦੇ ਨਾਲ ਸਮਝੋ, ਮੈਂ ਕਹੂੰਗਾ ਉਹਦੀ ਅੱਖ ਦਾ ਬਹੁਤ ਜ਼ਿਆਦਾ ਬਚਾਅ ਹੋਇਆ, ਲੇਕਿਨ ਅਜੇ ਵੀ ਉਹਦੀ ਅੱਖ ਖੁੱਲ੍ਹ ਨਹੀਂ ਰਹੀ। ਮਗਰ ਸਰ ਜੋ ਬੀਜੇਪੀ ਤੇ ਪੱਥਰਬਾਜੀ ਹੋ ਰਹੀ ਸੀ, ਤੁਹਾਨੂੰ ਪਤਾ ਹੈ ਕਿ ਉੱਥੇ ਇੱਕ ਫਲਾਈਓਵਰ ਹੈ, ਤਾਂ ਉਹ ਫਲਾਈਓਵਰ ਦੇ ਉੱਪਰ ਦੀ ਹੋ ਰਹੀ ਸੀ, ਉਹ ਵੀ ਚੀਜ਼ਾਂ ਰਿਕਾਰਡ ਨੇ। ਕਿ ਉਹ ਕਾਂਗਰਸ ਦੇ ਕਾਰਿਆਕਰਤਾ ਨਹੀਂ ਸੀ ਜੋ ਫਲਾਈਓਵਰ ਤੋਂ ਪੱਥਰਬਾਜੀ ਕਰ ਰਹੇ ਸੀ? ਬਿਲਕੁਲ ਨਹੀਂ, ਜਿਹੜੇ ਵੀ ਕਾਂਗਰਸ ਦੇ ਕਾਰਿਆਕਰਤਾ ਸੀ ਉਹ ਨੀਚੇ ਖੜੇ ਸੀ। ਮੈਨੂੰ ਨਹੀਂ ਪਤਾ ਉਸ ਬਾਰੇ, ਕਿਉਂਕਿ ਆਪਾਂ ਦੇਖਿਆ ਹੀ ਨਹੀਂ ਉਹ ਚੀਜ਼ ਨੂੰ, ਨਾ ਮੈਨੂੰ ਪਤਾ ਕੌਣ ਸੀ। ਚਾਹੇ ਰਾਹਗੀਰ ਹੋ ਸਕਦੇ ਆ, ਬੀਜੇਪੀ ਦੇ ਜਿਹੜੇ ਕਾਰਿਆਕਰਤਾ ਦੀ ਸ਼ਰਾਰਤ ਹੋ ਸਕਦੀ ਹੈ। ਬੀਜੇਪੀ ਦਾ ਹੀ ਪੱਥਰ ਮਾਰਨਾ ਮੈਨੂੰ ਨਹੀਂ ਪਤਾ, ਮੈਂ ਤੁਹਾਨੂੰ ਕਹਿ ਰਿਹਾ ਜੇ ਮੈਨੂੰ ਪਤਾ ਹੋਵੇ। ਸਾਡੇ ਜਿੰਨੇ ਵੀ ਕਾਰਿਆਕਰਤਾ ਸੀਗੇ ਉਹ ਨੀਚੇ ਸੀ। ਸਰ ਬੀਜੇਪੀ ਦੇ ਇੱਕ ਕਾਰਿਆਕਰਤਾ ਕਾਫੀ ਜ਼ਿਆਦਾ ਘਾਇਲ ਹੋਏ ਨੇ, ਉਹਨਾਂ ਦੀ ਆਲਮੋਸਟ ਅੱਖ ਵੀ ਚਲੀ ਗਈ ਸੀ, ਆਪਰੇਸ਼ਨ ਹੋਇਆ ਉਹਨਾਂ ਦਾ। ਕੀ ਅਗਰ ਸੇਮ ਚੀਜ਼ ਕਾਂਗਰਸ ਦੇ ਕਾਰਿਆਕਰਤਾ ਨਾਲ ਹੁੰਦੀ, ਤੁਹਾਡਾ ਕੀ ਸਟੈਂਡ ਹੁੰਦਾ? ਮੈਂ ਬਿਲਕੁਲ, ਸਾਡੇ ਵੀ ਕਾਰਿਆਕਰਤਾ ਦੇ ਜਿਹੜਾ ਪਹਿਲਾਂ ਤਾਂ ਦਿਲੋਂ ਦੀ ਬਹੁਤ ਜ਼ਿਆਦਾ ਸਾਨੂੰ ਦੁੱਖ ਹੈ ਉਸ ਚੀਜ਼ ਦਾ ਕਿ ਇੱਦਾਂ, ਕਿਉਂਕਿ ਇੱਕ ਪਾਰਟੀਬਾਜੀ ਇੱਕ ਅੱਡ ਚੀਜ਼ ਹੈ, ਜਿਹੜੀ ਇਨਸਾਨੀਅਤ ਪਹਿਲਾਂ ਹੈ। ਸੋ ਬਹੁਤ ਦਿਲ ਨੂੰ ਦੁੱਖ ਲੱਗਿਆ ਉਸ ਚੀਜ਼ ਦਾ ਸੁਣ ਕੇ। ਸੋ ਪ੍ਰਮਾਤਮਾ ਕਰੇ ਉਹਦੀ ਜਿਹੜੀ ਡਾਕਟਰ ਸਾਹਿਬਾਨ ਉਹਦੀ ਠੀਕ ਕਰਨ, ਅਸੀਂ ਵੀ ਉਹਦੇ ਹੱਕ ਦੇ ਵਿੱਚ ਹਾਂ। ਸੋ ਸਾਡੇ ਵੀ ਕਾਰਿਆਕਰਤਾਵਾਂ ਦੇ ਬੜੀਆਂ ਗੰਭੀਰ ਚੋਟਾਂ ਆਈਆਂ, ਮੈਂ ਤੁਹਾਨੂੰ ਫੋਟੋਜ਼ ਵੀ ਦੇ ਦੂੰਗਾ, ਤੁਸੀਂ ਆਪਣੇ ਚੈਨਲ 'ਤੇ ਚਲਾ ਸਕਦੇ ਹੋ। ਸੋ ਇੱਕ ਦੀ ਸਾਡੀ ਜਿਹੜਾ ਬਾਂਹ ਫ੍ਰੈਕਚਰ ਹੋ ਗਈ, ਇੱਕ ਦੇ ਦੰਦ ਹਿੱਲੇ, ਇੱਕ ਦੀ ਅੱਖ ਦੇ ਉੱਤੇ ਲੱਗਿਆ, ਉਹਦੀ ਅੱਖ ਅਜੇ ਤੱਕ ਬੰਦ ਹੈ। ਸੋ ਨਿੰਦਣਯੋਗ ਹੈ, ਨਹੀਂ ਹੋਣਾ ਚਾਹੀਦਾ ਸੀ। ਸਟਾਰਟਿੰਗ ਜਿਹੜੀ ਹੈ ਬੀਜੇਪੀ ਵੱਲੋਂ ਹੋਈ। ਸਰ ਤੁਹਾਨੂੰ ਨਹੀਂ ਲੱਗਦਾ ਕਿ ਜੋ ਪੋਲਿਟਿਕਸ ਹੈ ਉਹ ਡੀਗ੍ਰੇਡਡ ਹੁੰਦੀ ਜਾ ਰਹੀ ਹੈ? ਕਿ ਇੱਕ ਪਹਿਲਾ ਲੈਵਲ ਹੁੰਦਾ ਸੀ, ਵਾਰਤਾਲਾਪ ਚੱਲਦੇ ਸੀ, ਡਿਸਕਸ਼ਨਸ ਹੁੰਦੇ ਸੀ, ਡਿਬੇਟਸ ਹੁੰਦੇ ਸੀ, ਬਟ ਪੱਥਰਬਾਜੀ ਕਰਨਾ, ਚਾਹੇ ਤੁਹਾਡੇ ਵੱਲੋਂ ਹੋਈ ਚਾਹੇ ਬੀਜੇਪੀ ਵੱਲੋਂ ਹੋਈ, ਇਹ ਇੱਕ ਆਪਾਂ ਪੋਲਿਟਿਕਸ ਦਾ ਲੈਵਲ ਹੈ ਜੋ ਬਹੁਤ ਜ਼ਿਆਦਾ ਨੀਚੇ ਜਾ ਚੁੱਕਿਆ। ਦੇਖੋ ਬੀਜੇਪੀ ਨੂੰ ਕੋਈ ਮੂੰਹ ਨਹੀਂ ਲਾ ਰਿਹਾ ਜਦੋਂ ਤੱਕ ਕਿਸਾਨੀ ਮੁੱਦਾ ਚੱਲ ਰਿਹਾ। ਸੋ ਇਹ ਜਿੱਥੇ ਜਾਂਦੇ ਆ ਇਹਨਾਂ ਨੂੰ ਜੁੱਤੀਆਂ ਦਾ ਸਾਹਮਣਾ ਹੋਣਾ ਪੈਂਦਾ। ਸੋ ਇਹ ਜਾਣ ਕੇ ਜਦੋਂ ਝੂਠੇ ਧਰਨੇ ਲਗਾਉਂਦੇ ਆ, ਝੂਠੀਆਂ ਐਲੀਗੇਸ਼ਨਸ ਲਗਾਉਂਦੇ ਆ, ਜੇ ਤੁਹਾਡਾ ਵਿਰੋਧ ਹੋ ਰਿਹਾ, ਪਹਿਲਾਂ ਤਾਂ ਤੁਸੀਂ ਉਸ ਚੀਜ਼ ਨੂੰ ਠੀਕ ਕਰਨ ਦੀ ਕੋਸ਼ਿਸ਼ ਕਰੋ। ਜਦੋਂ ਤੁਸੀਂ ਲੋਕਾਂ ਦੇ ਵਿੱਚ ਜਾਂਦੇ ਹੋ ਤੇ ਓਬਵੀਅਸ ਹੀ ਹੈ ਤੁਹਾਨੂੰ ਲੋਕਾਂ ਦਾ ਗੁੱਸਾ, ਜਿਹੜਾ ਕਿਸਾਨਾਂ ਦਾ ਗੁੱਸਾ, ਜਾਂ ਜਿਹੜੇ ਤੁਸੀਂ ਮਹਿੰਗਾਈ ਸਰਕਾਰ ਵੱਲੋਂ ਐਡੀ ਹੋ ਰਹੀ ਹੈ, ਨੇਤਾਵਾਂ ਨੂੰ ਇਸ ਚੀਜ਼ ਦਾ ਸਾਹਮਣਾ ਤਾਂ ਕਰਨਾ ਪੈ ਰਿਹਾ। ਕਿਹੜੇ ਝੂਠੇ ਧਰਨਿਆਂ ਦੀ ਗੱਲ ਕਰ ਰਹੇ ਹੋ, ਕਿਹੜੇ ਝੂਠੇ ਐਲੀਗੇਸ਼ਨਸ ਦੀ ਗੱਲ ਕਰ ਰਹੇ ਹੋ? ਦਿਨ ਪ੍ਰਤੀ ਦਿਨ ਦੇਖਦੇ ਹੋ ਤੁਸੀਂ, ਚਾਹੇ ਉਹ ਪੰਜਾਬ ਸਰਕਾਰ ਦੇ ਬਾਹਰ ਲਾਉਂਦੇ ਨੇ, ਚਾਹੇ ਉਹ ਇੰਪਰੂਵਮੈਂਟ ਟਰਸਟ ਦੇ ਬਾਹਰ ਜਿਹੜਾ ਸਰ ਇੰਪਰੂਵਮੈਂਟ ਟਰਸਟ ਵਾਲਾ ਮੁੱਦਾ ਆਇਆ ਤਾਂ ਮੈਂ ਪੁੱਛਣਾ ਚਾਹੂੰਗੀ, ਉਸ ਦਿਨ ਜੋ ਯੁਵਾ ਕਾਂਗਰਸ ਸੀ ਉਹਦੇ ਕਾਰਿਆਕਰਤਾ ਵਿੱਚ ਇੰਨਾ ਜੋਸ਼ ਸੀਗਾ ਕਿ ਗੇਟ ਤੋੜਤਾ, ਕੀ ਤੁਸੀਂ ਉਹਨੂੰ ਸਹੀ ਮੰਨਦੇ ਹੋ? ਦੇਖੋ ਇੰਪਰੂਵਮੈਂਟ ਟਰਸਟ ਦੇ ਵਿੱਚ ਜਦੋਂ ਬੀਜੇਪੀ ਆਉਂਦੀ ਹੈ ਤੇ ਝੂਠੇ ਐਲੀਗੇਸ਼ਨ ਲਗਾਉਂਦੀ ਹੈ। ਸੋ ਆਪਾਂ ਸ਼ੁਰੂ ਤੋਂ ਕਿਹਾ ਹੈ, ਜੇ ਬੀਜੇਪੀ ਝੂਠੇ ਧਰਨੇ ਲਾਊਗੀ, ਝੂਠੇ ਐਲੀਗੇਸ਼ਨ ਲਗਾਊਗੀ, ਤੇ ਲੁਧਿਆਣਾ ਯੂਥ ਕਾਂਗਰਸ ਬਰਾਬਰ ਆ ਕੇ ਉਹਨਾਂ ਦੇ ਸਾਹਮਣੇ ਉਹਨਾਂ ਨੂੰ ਮੂੰਹ ਤੋੜ ਜਵਾਬ ਦੇਗੀ। ਦੇਖੋ ਉਹ ਆਉਂਦੇ ਆ ਉੱਥੇ ਤਾਲਾ ਲਗਾਉਂਦੇ ਆ ਗੇਟ 'ਤੇ। ਸੋ ਜਿਹੜੇ ਪਬਲਿਕ ਹੈ ਜਿਨ੍ਹਾਂ ਦਾ ਕੰਮ ਹੈ, ਉਹਨਾਂ ਨੂੰ ਕਿੰਨੀ ਹਰਾਸਮੈਂਟ ਹੋਈ ਉੱਥੇ। ਸੋ ਤਾਲਾ ਤੋੜਨ ਦੇ ਚੱਕਰ ਦੇ ਵਿੱਚ ਜਿਹੜਾ ਗੇਟ ਟੁੱਟਿਆ, ਉਹ ਟੁੱਟਿਆ ਵੀ ਮੈਂ ਦੇਖਿਆ, ਉਹ ਪਹਿਲਾਂ ਹੀ ਵੈਲਡ ਸੀਗਾ, ਉਹ ਹਲਕੇ ਜਿਹੇ ਧੱਕੇ ਦੇ ਨਾਲ ਹੀ ਉਹ ਟੁੱਟ ਗਿਆ। ਨਹੀਂ ਦੇਖੋ ਬਿਲਕੁਲ ਉਹ ਜੋ ਵੀ ਹੋਇਆ ਉਹ ਠੀਕ ਕਰਾ ਦਿੱਤਾ ਗਿਆ ਉਸੇ ਦਿਨ, 2 ਘੰਟੇ ਬਾਅਦ ਹੀ ਉਹ ਆਪਣੀ ਜਗ੍ਹਾ ਉੱਦਾਂ ਹੀ ਲੱਗ ਗਿਆ ਸੀ, ਤੁਸੀਂ ਜਾ ਕੇ ਦੇਖ ਸਕਦੇ। ਸਰ ਅਗਰ ਸੇਮ ਚੀਜ਼ ਬੀਜੇਪੀ ਨੇ ਕੀਤੀ ਹੁੰਦੀ ਤਾਂ ਤੁਹਾਡਾ ਰਿਐਕਸ਼ਨ ਕੀ ਹੁੰਦਾ? ਦੇਖੋ ਜੀ, ਬੀਜੇਪੀ ਨੇ ਜੇ ਉੱਥੇ ਤਾਲਾ ਲਗਾਇਆ ਸੀਗਾ ਤਾਂ ਹੀ ਉਹ ਚੀਜ਼, ਉਹ ਤਾਲਾ ਤੋੜਨ ਦੇ ਚੱਕਰ ਦੇ ਵਿੱਚ ਜੋ ਹੋਇਆ, ਸੋ ਲੋਕਾਂ ਨੂੰ ਪਰੇਸ਼ਾਨੀ ਆ ਰਹੀ ਸੀ, ਲੋਕਾਂ ਦੀ ਪਰੇਸ਼ਾਨੀ ਦੇਖਦੇ ਹੋਏ ਉਹ ਚੀਜ਼ ਨੂੰ ਕੀਤਾ ਗਿਆ। ਸਰ ਤੁਸੀਂ ਝੂਠੇ ਐਲੀਗੇਸ਼ਨਸ ਦੀ ਗੱਲ ਕੀਤੀ ਹੈ, ਅਗਰ ਉਹ ਐਲੀਗੇਸ਼ਨਸ ਝੂਠੇ ਸੀ ਤਾਂ ਸਰਕਾਰ ਨੇ ਉਹ ਜੋ ਪੂਰੀ ਆਕਸ਼ਨ ਹੋਈ ਸੀ ਉਹਨੂੰ ਰੱਦ ਕਿਉਂ ਕਰਤਾ? ਦੇਖੋ
ਜੇ ਸਵਾਲ ਉਹ ਰੱਦ ਨਹੀਂ ਕੀਤਾ, ਉਹ ਰੱਦ ਕਰਨ ਦਾ ਮਕਸਦ ਇਹ ਹੈਗਾ ਕਿ ਤੁਸੀਂ ਕਹਿੰਦੇ ਹੋ ਜੀ ਇਹਦੇ ਵਿੱਚ ਘਪਲਾ ਹੋਇਆ, ਉਹ ਕਹਿੰਦੇ ਜੀ ਅਸੀਂ ਕੈਂਸਲ ਕਰ ਦਿੰਦੇ ਹਾਂ, ਦੁਬਾਰਾ ਆ ਜਾਓ, ਦੁਬਾਰਾ ਕਰ ਲਓ ਜਿਹਨੇ ਲੈਣਾ। ਦੇਖੋ ਅਗਰ ਇਸੇ ਤਰੀਕੇ ਨਾਲ ਸਕੈਮਸ ਦੇ ਆਰੋਪ ਤਾਂ ਲੱਗਦੇ ਨੇ, ਉਹ ਅੱਜ ਤੱਕ ਲੱਗਦੇ ਹੀ ਆਏ ਨੇ। ਅਗਰ ਹਰ ਚੀਜ਼ ਨੂੰ ਰੱਦ ਕਰ ਦਿੱਤਾ ਜਾਊਗਾ, ਜਿੱਥੇ ਵੀ ਇਲਜ਼ਾਮ ਲੱਗੂਗਾ ਕਿ ਸਕੈਮ ਹੋਇਆ ਤਾਂ ਗਵਰਨਮੈਂਟ ਆ ਕੇ ਉਹਨੂੰ ਰੱਦ ਕਰ ਦੂਗੀ, ਫਿਰ ਇਹ ਸਿਲਸਿਲਾ ਤਾਂ ਚੱਲਦਾ ਹੀ ਰਹੂਗਾ। ਨਹੀਂ ਦੇਖੋ, ਜਿਹੜਾ ਇਹ ਮੁੱਦਾ ਹੋਇਆ, ਜਿਹੜੀ ਪਹਿਲਾਂ ਤੁਹਾਨੂੰ ਮੈਂ ਸਟਾਰਟਿੰਗ ਤੋਂ ਦੱਸ ਦੇਣਾ ਕਿ ਜਿਹੜੀ ਉਹ ਬਿਡ ਹੋਈ, ਉਹ 3 ਦਿਨ ਨਿਊਜ਼ਪੇਪਰ ਦੇ ਵਿੱਚ ਉਹਦੀ ਐਡ ਦਿੱਤੀ ਗਈ। ਫਿਰ ਉਸ ਤੋਂ ਬਾਅਦ ਉਹਦੀ ਜਿੰਨੀ ਵੀ ਬਿਡ ਹੋਈ ਉਹਦੀ ਵੀਡੀਓਗ੍ਰਾਫੀ ਹੋਈ, ਉਹ ਸਾਰਿਆਂ ਦੇ ਸਾਹਮਣੇ ਹੈ, ਅਫਸਰ ਸਾਹਿਬਾਨ ਉਹਦੇ ਵਿੱਚ ਸੀਗੇ। ਜਿਹੜਾ ਹੋਇਆ ਕਿ ਲੋਕਾਂ ਨੂੰ ਫਾਇਦਾ ਪਹੁੰਚਾਉਣ ਲਈ ਔਰ ਸਰਕਾਰ ਦਾ ਖਜ਼ਾਨਾ ਭਰਨ ਲਈ। ਸੋ ਸਾਡੇ ਜਿਹੜੇ ਚੇਅਰਮੈਨ ਸਾਹਿਬ ਨੇ, ਉਹ ਬਹੁਤ ਹੀ ਸ਼ਰੀਫ, ਜਦੋਂ ਦੇ ਉਹ ਚੇਅਰਮੈਨ ਬਣੇ ਨੇ ਉਦੋਂ ਤੋਂ ਲੈ ਕੇ ਹੁਣ ਤੱਕ ਇੱਕ ਵੀ ਘਪਲਾ ਨਹੀਂ, ਇੱਕ ਵੀ ਤੁਸੀਂ ਉਹਨਾਂ ਦੇ ਉੱਤੇ ਐਲੀਗੇਸ਼ਨ ਨਹੀਂ ਲਗਾ ਸਕਦੇ। ਬੀਜੇਪੀ ਆਪਣੀ ਝੂਠੀ ਵਾਹਵਾਹੀ ਖੱਟਣ ਦੇ ਲਈ ਉੱਥੇ ਜਿਹੜਾ ਉਹਨਾਂ ਨੇ ਜਿਹੜਾ ਡਰਾਮਾ, ਜਿਹੜਾ ਭੰਡੀ ਪ੍ਰਚਾਰ ਕੀਤਾ। ਮਗਰ ਸਰ ਫਿਰ ਅਗਰ ਉਹ ਝੂਠਾ ਸੀ ਤਾਂ ਫਿਰ ਉਹੀ ਸਵਾਲ ਬਾਰ-ਬਾਰ ਕਿ ਰੱਦ ਕਿਉਂ ਕੀਤਾ ਗਿਆ, ਕਿਉਂਕਿ ਐਲੀਗੇਸ਼ਨਸ ਹਮੇਸ਼ਾ ਤੋਂ ਲੱਗਦੇ ਆਏ ਨੇ ਬਟ ਅੱਜ ਤੱਕ ਐਸਾ ਡਿਸੀਜਨ ਨਹੀਂ ਲਿੱਤਾ ਗਿਆ। ਸੋ ਇੱਕ ਨਵੀਂ ਐਗਜ਼ਾਮਪਲ ਸੈੱਟ ਹੋਈ ਕਿ ਜੇ ਤੁਹਾਨੂੰ ਲੱਗਦਾ ਇੱਦਾਂ ਤੇ ਇਹ ਕੈਂਸਲ ਹੈ, ਦੁਬਾਰਾ। ਸਰ ਚਲੋ ਦੁਬਾਰਾ ਉਸੇ ਮੁੱਦੇ ਤੇ ਆਉਂਦੇ ਹਾਂ। ਵਾਦ ਵਿਵਾਦ ਬਹੁਤ ਹੋਏ, ਤੁਸੀਂ ਦੇਖਿਆ ਜਾਵੇ ਤਾਂ ਬੀਜੇਪੀ ਵੱਲੋਂ ਕਾਫੀ ਜ਼ਿਆਦਾ ਉਕਸਾਨ ਵਾਲੀਆਂ ਗੱਲਾਂ ਕੀਤੀਆਂ ਗਈਆਂ, ਠੀਕ ਹੈ ਮੰਨਦੇ ਹਾਂ, ਬਟ ਉਸ ਤੋਂ ਬਾਅਦ ਤੁਹਾਡਾ ਇੱਕ ਵੀਡੀਓ ਆਉਂਦਾ ਸੋਸ਼ਲ ਮੀਡੀਆ ਦੇ ਵਿੱਚ, ਉਸ ਦੇ ਵਿੱਚ ਤੁਸੀਂ ਕੁਝ ਵਰਡਿੰਗਸ ਯੂਜ਼ ਕੀਤੀਆਂ ਨੇ, ਟਾਈਮ ਪਾ ਲਓ, 2 ਮਿੰਟ ਸਾਨੂੰ ਦੇ ਦਿਓ। ਸਰ ਇਹ ਸਭ ਚੀਜ਼ਾਂ ਦਾ ਮਤਲਬ ਨਹੀਂ ਸਮਝ ਆਇਆ। ਦੇਖੋ, ਜਦੋਂ ਇੱਕ ਬੀਜੇਪੀ ਦੇ ਨੇਤਾ ਸ਼੍ਰੀ ਦੇਬੀ ਜੀ, ਉਹ ਕਹਿੰਦੇ ਨੇ ਜੇ ਤੁਸੀਂ ਆਪਣੇ ਪਿਓ ਦੇ ਪੁੱਤਰ ਹੋ ਤੇ ਆਓ, ਤੁਸੀਂ ਵੀ ਉਹਨਾਂ ਦੀ ਵੀ ਸ਼ਬਦਾਵਲੀ ਦੇਖਿਓ ਜੀ। ਜਦੋਂ ਉੱਥੇ ਆਪਾਂ ਖੜੇ ਸੀ ਉਦੋਂ ਤਾਂ ਉਹਨਾਂ ਦੀ ਹਿੰਮਤ ਨਹੀਂ ਸੀ ਕਿ ਬਾਹਰ ਆ ਜਾਈਏ। ਚਲੋ, ਜੇ ਉਹਨਾਂ ਨੇ ਉਹ ਗੱਲ ਕਹੀ, ਉਹ ਗੁੱਸਾ ਸੀ ਯੁਵਾਵਾਂ ਦੇ ਵਿੱਚ। ਸਾਡੇ ਜਿਹੜੇ ਨਾਲ ਦੇ ਸਾਥੀਆਂ ਦਾ ਸਿਰ ਫਟੇ, ਦੰਦ ਟੁੱਟੇ, ਬਾਹਾਂ ਟੁੱਟੀਆਂ। ਸੋ ਜਿਹੜਾ ਰੋਸ਼ ਸੀ ਉਹ ਉਸੇ ਟਾਈਮ ਦਾ ਵੀਡੀਓ ਹੈ, ਕੋਈ 2 ਦਿਨ ਬਾਅਦ ਜਾਂ 3 ਦਿਨ ਬਾਅਦ ਨਹੀਂ, ਅੱਜ ਵੀ ਬੈਠੇ ਆ। ਸੋ ਇੱਦਾਂ ਦੀ ਕੋਈ ਉਹ ਗੱਲ ਨਹੀਂ। ਜਿਹੜਾ ਉੱਥੇ ਇੱਕ ਘਟਨਾ ਹੋਈ, ਮੰਦਭਾਗੀ ਹੋਈ, ਜਿਹੜੀ ਘਟਨਾ ਨਹੀਂ ਹੋਣੀ ਚਾਹੀਦੀ ਸੀ, ਉਹ ਰੂਪ ਬੀਜੇਪੀ ਦੇ ਕਾਰਜਕਰਤਾਵਾਂ ਨੇ ਜੋ ਉਹਨਾਂ ਦੇ ਮਨ ਦੇ ਵਿੱਚ ਸੋਚ ਸੀਗੀ, ਉਹਦੇ ਮੁਤਾਬਿਕ ਜੋ ਬੀਜੇਪੀ ਚਾਹੁੰਦੀ ਸੀ ਉਹ ਹੋਇਆ। ਮਤਲਬ ਸਰ ਤੁਸੀਂ ਇਹ ਕਹਿਣਾ ਚਾਹੁੰਦੇ ਹੋ ਜੋ ਉਹ ਵੀਡੀਓ ਵਾਇਰਲ ਹੋਈ ਉਹ ਜਸਟ ਇੱਕ ਤੁਹਾਡਾ ਰਿਐਕਸ਼ਨ ਸੀ, ਤੁਹਾਡਾ ਮਤਲਬ ਉਹ ਸਭ ਨਹੀਂ ਸੀ ਜੀ। ਮਤਲਬ ਜੋ ਟਾਈਮ ਦੇਖੋ ਇੱਦਾਂ ਹੁੰਦਾ ਨਾ ਕਿ ਜਦੋਂ ਗੁੱਸਾ ਹੁੰਦਾ ਯੁਵਾਵਾਂ ਦੇ ਵਿੱਚ, ਉਦੋਂ ਹੁਣ ਗੁੱਸੇ ਦੇ ਵਿੱਚ ਹੀ ਸਾਰਾ ਕੁਝ ਹੋਇਆ। ਨਹੀਂ ਤੇ ਜਿਹੜੇ ਐਲੀਗੇਸ਼ਨ ਜਾਂ ਜੋ ਵੀ ਅੱਗੇ ਵੀ ਆਪਾਂ, ਮੈਨੂੰ ਇੰਨੀ ਦੇਰ ਹੋ ਗਈ, ਕਿੰਨੇ ਸਾਲ ਹੋ ਗਏ, ਇੱਦਾਂ ਦਾ ਕਦੀ ਤੁਸੀਂ ਸੁਣਿਆ? ਜੇ ਸਾਹਮਣੇ ਵਾਲਾ ਪੱਥਰਬਾਜ਼ੀ ਕਰਦਾ ਹੈ, ਕਿਸੇ ਦੇ ਲੱਗਦੀ ਹੈ, ਸੋ ਸਾਡੇ ਕਾਰਜਕਰਤਾਵਾਂ ਨੇ ਵੀ ਚੂੜੀਆਂ ਨਹੀਂ। ਬਿਲਕੁਲ ਇਹ ਇੱਕ ਬਹੁਤ ਸਟ੍ਰੇਂਜ ਚੀਜ਼ ਸੀ ਕਿ ਤੁਹਾਡਾ ਜੋ ਕਾਰਜਕਾਲ ਹੈ ਬਹੁਤ ਅੱਛਾ ਰਿਹਾ ਹੈ, ਬਹੁਤ ਤੁਸੀਂ ਕੰਮ ਕੀਤਾ ਲੋਕਾਂ ਦਾ, ਬਟ ਜੋ ਐਗਰੈਸ਼ਨ ਦੇਖਣ ਨੂੰ ਮਿਲਿਆ ਉਹ ਪਬਲਿਕ ਦੇ ਵੀ ਸਮਝ 'ਚ ਨਹੀਂ ਆਇਆ ਕਿ ਯੋਗੇਸ਼ ਹਾਂਡਾ ਜੀ ਇਸ ਤਰੀਕੇ ਦਾ ਜੋ ਰਵੱਈਆ ਵਰਤ ਰਹੇ ਨੇ ਉਹ ਕਿਉਂ ਵਰਤ ਰਹੇ ਨੇ, ਕਿਉਂਕਿ ਕਿਤੇ ਨਾ ਕਿਤੇ ਜਨਤਾ 'ਚ ਇੱਕ ਗਲਤ ਮੈਸੇਜ ਗਿਆ ਹੈ। ਨਹੀਂ, ਮੈਂ ਤੁਹਾਨੂੰ ਸ਼ੁਰੂ ਤੋਂ ਹੀ ਕਹਿ ਰਿਹਾ ਕਿ ਬਿਲਕੁਲ ਮੰਦਭਾਗੀ ਗੱਲ ਹੋਈ, ਘਟਨਾ ਨਹੀਂ ਸੀ ਘਟਣੀ ਚਾਹੀਦੀ, ਲੇਕਿਨ ਇਹਦਾ ਜਿਹੜਾ ਕ੍ਰੈਡਿਟ ਆ ਉਹ ਬੀਜੇਪੀ ਨੂੰ ਜਾਂਦਾ ਹੈ। ਸਰ ਇਹ ਤਾਂ ਇੱਕ ਸਿੰਪਲ ਜਿਹਾ ਮੈਟਰ ਹੈ ਕਿ ਅਗਰ ਬੀਜੇਪੀ ਨਾਲ ਗੱਲਬਾਤ ਹੋਊਗੀ ਤਾਂ ਉਹ ਤੁਹਾਡੇ ਤੇ ਇਲਜ਼ਾਮ ਲਗਾਉਣਗੇ। ਮੈਂ ਔਨ ਰਿਕਾਰਡ ਗੱਲ ਕਰ ਰਿਹਾ, ਇੱਕ ਚੈਨਲ ਦੇ ਮਾਧਿਅਮ ਰਾਹੀਂ ਉਹ ਰਿਕਾਰਡ ਕੀਤੀ ਗਈ। ਜੇ ਸਾਡੇ ਯੁਵਾਵਾਂ ਵੱਲੋਂ ਰਿਕਾਰਡ ਕੀਤੀ ਜਾਂਦੀ, ਉਹ ਤੁਸੀਂ ਕਹਿ ਸਕਦੇ ਸੀ ਕਿ ਤੋੜ ਮਰੋੜ ਕੇ ਕੀਤੀ ਗਈ, ਲੇਕਿਨ ਇੱਕ ਚੈਨਲ ਦੇ ਮਾਧਿਅਮ ਰਾਹੀਂ ਇੱਕ ਰਿਕਾਰਡ ਕੀਤੀ ਗਈ। ਅਸੀਂ ਆਉਂਦੇ ਹਾਂ ਸਿਰਫ 49 ਸੈਕਿੰਡ ਸਾਨੂੰ ਉੱਥੇ ਅਜੇ ਚੱਲ ਕੇ ਉੱਥੇ ਆਉਣ ਨੂੰ ਲੱਗਦੇ ਹੈ, ਔਰ ਉਹ ਬੰਦਾ ਅਜੇ ਖੜੀ ਆ ਕੇ ਔਰ ਸਾਡੇ ਤੇ ਪਥਰਾਵ ਕਰਦਾ। ਤੁਸੀਂ ਬੀਜੇਪੀ ਦਫ਼ਤਰ ਤਾਲਾ ਲਗਾਉਣ ਗਏ ਸੀ? ਨਹੀਂ, ਅਸੀਂ ਬੀਜੇਪੀ ਦਫ਼ਤਰ ਘੇਰਨ ਗਏ ਸੀ, ਤਾਲਾ ਲਗਾਉਣ ਨਹੀਂ ਗਏ ਸੀ। ਤੁਸੀਂ ਜਿਹੜੇ ਸਾਡੇ ਵੱਲੋਂ ਮੈਸੇਜ ਰੋਟੇਟ ਹੋਏ, ਮੀਡੀਆ ਨੂੰ ਵੀ ਗਏ, ਉਹਦੇ ਵਿੱਚ ਕਿਤੇ ਵੀ ਇਹ ਨਹੀਂ ਲਿਖਿਆ ਸੀਗਾ ਕਿ ਤਾਲਾ ਲਗਾਉਣ ਜਾ ਰਹੇ ਹਾਂ, ਉੱਥੇ ਘੇਰਨ ਜਾ ਰਹੇ ਹਾਂ। ਸਰ ਇੱਕ ਬੀਜੇਪੀ ਇੱਕ ਮੁੱਦਾ ਚੱਕ ਰਹੀ ਹੈ ਕਿ ਪ੍ਰਸ਼ਾਸਨ ਇਸ ਤੇ ਕਾਰਵਾਈ ਕਰੇ।
ਮਗਰ ਇਹ ਮੁੱਦਾ ਤੁਹਾਡੇ ਵੱਲੋਂ ਕਿਉਂ ਨਹੀਂ ਚੱਕਿਆ ਗਿਆ? ਕਿਉਂਕਿ ਤੁਹਾਡੀ ਇੱਕ ਵੀਡੀਓ ਵਾਇਰਲ ਹੋ ਰਹੀ ਹੈ ਜੋ ਮੈਂ ਪਹਿਲਾਂ ਵੀ ਜਿਸ ਦਾ ਜ਼ਿਕਰ ਕੀਤਾ ਹੈ, ਬਟ ਤੁਹਾਡੀ ਕਿਸੇ ਵੀ ਸਟੇਟਮੈਂਟ 'ਚ ਇਹ ਚੀਜ਼ ਨਹੀਂ ਆ ਰਹੀ ਕਿ ਅਸੀਂ ਪ੍ਰਸ਼ਾਸਨ ਤੋਂ ਮੰਗ ਕਰਦੇ ਹਾਂ। ਮੈਂ ਦੇਖੋ, ਤੁਸੀਂ ਸ਼ਾਇਦ ਇਸ ਚੀਜ਼ 'ਤੇ ਗਲਤ ਸਵਾਲ ਕਰ ਰਹੇ ਹੋ। ਜਿੰਨੇ ਵੀ ਮੀਡੀਆ ਵੱਲੋਂ ਸਾਨੂੰ ਪੁੱਛਿਆ ਗਿਆ ਉਹਦੇ ਵਿੱਚ ਬਾਰ-ਬਾਰ ਇਹ ਗੱਲ ਕਹੀ, ਜਿਹੜੇ ਸਾਡੇ ਯੁਵਾਵਾਂ ਨੂੰ ਸੱਟਾਂ ਲੱਗੀਆਂ ਉਹਦੀ ਕਾਰਵਾਈ ਦੀ ਮੰਗ ਅਸੀਂ ਕਰਦੇ ਹਾਂ, ਔਰ ਜਿਨ੍ਹਾਂ ਨੇ ਇਹ ਚੀਜ਼ ਕੀਤੀ ਉਹ ਇਲਾਕਿਆਂ ਦੇ ਪਿੱਛੇ ਹੋਊਗੀ। ਸਾਡੇ ਕੋਲ ਐਵੀਡੈਂਸ ਹੈ, ਕੱਲੇ ਬੰਦੇ ਦੀ ਫੋਟੋ ਹੈ, ਕੱਲੇ ਬੰਦੇ ਦੀ ਵੀਡੀਓ ਹੈ ਜਿਨ੍ਹਾਂ ਨੇ ਇਹ ਕੰਮ ਨੂੰ ਇਲਜ਼ਾਮ ਦਿੱਤਾ। ਔਰ ਬਿਲਕੁਲ ਸਾਡੇ ਅਜੇ ਜਿਹੜਾ ਹਸਪੀਟਲਾਈਜ਼ ਹੈ ਉਹ ਅਜੇ ਬਿਆਨ ਦੇਣ ਦੇ ਵਿੱਚ ਨਹੀਂ ਸੀ ਠੀਕ। ਸੋ ਅੱਜ ਕੱਲ੍ਹ ਦੇ ਵਿੱਚ ਬਿਆਨ ਹੋ ਜਾਣਗੇ, ਸੋ ਜਿਹੜੀ ਬੰਦੀ ਕਾਰਵਾਈ ਹੋਊਗੀ। ਸਾਨੂੰ ਪ੍ਰਸ਼ਾਸਨ 'ਤੇ ਪੂਰਾ ਮਾਣ ਹੈ, ਸਾਨੂੰ ਪੂਰਾ ਵਿਸ਼ਵਾਸ ਹੈ। ਸਰ ਕੀ ਲੱਗਦਾ ਹੈ, ਆਖਰੀ ਸਵਾਲ ਪੁੱਛਣਾ ਚਾਹੂੰਗੀ ਕਿ ਜੋ ਰਾਜਨੀਤੀ ਹੈ ਸਿਰਫ ਧਮਕੀਆਂ ਦੀ ਰਹਿ ਗਈ ਹੈ ਕਿ ਅਗਰ ਇੱਕ ਪਾਰਟੀ ਧਮਕੀ ਦੇ ਰਹੀ ਹੈ ਤਾਂ ਦੂਜਾ ਵੀ ਜਵਾਬ ਹੈ ਜੋ ਧਮਕੀ 'ਚ ਹੀ ਦਿੱਤਾ ਜਾਏਗਾ? ਦੇਖੋ, ਰਾਜਨੀਤੀ ਅਸੀਂ ਜਿਹੜੀ ਕਾਂਗਰਸ ਪਾਰਟੀ ਆ ਉਹ ਹਮੇਸ਼ਾ ਹੀ ਲੋਕਾਂ ਦੇ ਮੁੱਦੇ ਚੱਕਦੀ ਆਈ ਹੈ, ਲੋਕਾਂ ਦੇ ਹਿੱਤ ਦੀ ਗੱਲ ਕਰਦੀ ਆਈ ਹੈ। ਜਿਹੜੀ ਬੀਜੇਪੀ ਹੈ, ਤੁਸੀਂ ਦੇਖਿਆ, ਉਹ ਹਮੇਸ਼ਾ ਇੱਕ ਹਿੰਦੂ ਨੂੰ ਸਿੱਖ ਨਾਲ, ਸਿੱਖ ਨੂੰ ਮੁਸਲਮਾਨ ਨਾਲ ਲੜਾਉਣ ਦਾ ਕੰਮ ਕਰਦੀ ਹੈ। ਉਹ ਹਿੰਦੂ ਸਿੱਖ ਮੁਸਲਮਾਨ ਜ਼ਿਆਦਾ ਕਰਦੀ ਹੈ। ਸੋ ਤੁਸੀਂ ਦੇਖਿਆ ਕਿ ਉਹਨਾਂ ਦੇ ਖੂਨ ਦੇ ਵਿੱਚ ਹੀ ਇਹ ਹੈਗਾ। ਜਿਹੜਾ ਬੀਜੇਪੀ ਵਾਲੇ ਨੇ ਉਹ ਹਮੇਸ਼ਾ ਭੜਕਾਊ ਭਾਸ਼ਣ, ਭੜਕਾਉਣ ਦੀ ਗੱਲ ਕਰਦੇ ਹੈ। ਸੋ ਕਾਂਗਰਸ ਪਾਰਟੀ ਕਿਹੋ ਜਿਹੀ ਪਾਰਟੀ ਹੈ ਜਿਹੜੇ ਸਾਰੇ ਧਰਮਾਂ ਨੂੰ ਨਾਲ ਲੈ ਕੇ ਚੱਲਦੀ ਹੈ, ਹਰ ਧਰਮ ਦੀ ਗੱਲ ਕਰਦੀ ਹੈ, ਹਰ ਵਰਗ ਦੀ ਗੱਲ ਕਰਦੀ ਹੈ। ਸਰ ਇਲਜ਼ਾਮਾਂ ਦੀ ਗੱਲ ਕਰੀਏ ਤਾਂ ਬੀਜੇਪੀ ਵੱਲੋਂ ਇਹ ਵੀ ਇਲਜ਼ਾਮ ਲਗਾਇਆ ਗਿਆ ਹੈ ਕਿ ਜੋ ਕਾਂਗਰਸ ਦੇ ਕਾਰਿਆਕਰਤਾ ਸੀ ਉਹਨਾਂ ਨੇ ਡਰਿੰਕ ਵੀ ਕੀਤੀ ਹੋਈ ਸੀ ਉਸ ਟਾਈਮ 'ਤੇ। ਦੇਖੋ, ਜਿਹੜੇ ਐਲੀਗੇਸ਼ਨ ਹੈ, ਤੁਸੀਂ ਪਹਿਲਾਂ ਕਹਿ ਕੇ ਹਟੋ, ਐਲੀਗੇਸ਼ਨ ਹਰ ਇੱਕ ਕੋਈ ਲਗਾਉਂਦਾ। ਸੋ ਬੀਜੇਪੀ ਬੁਖਲਾਈ ਪਾਰਟੀ ਹੈ, ਉਹ ਸਾਰੇ ਨੇਤਾ ਬੁਖਲਾਏ ਹੋਏ ਸੀ, ਉਹਨਾਂ ਕੋਲ ਕੋਈ ਮੁੱਦਾ ਨਹੀਂ, ਉਹਨਾਂ ਨੇ ਕੋਈ ਨਾ ਕੋਈ ਇਲਜ਼ਾਮ ਤਾਂ ਲਗਾਉਣਾ ਸੀ। ਸੋ ਬਿਲਕੁਲ ਬੇਬੁਨਿਆਦ ਗੱਲਾਂ, ਸੋ ਝੂਠੀਆਂ ਗੱਲਾਂ। ਸਾਨੂੰ ਯੋਗੇਸ਼ ਹਾਂਡਾ ਜੀ ਦੁਬਾਰਾ ਪਹਿਲਾਂ ਵਾਲੀ ਫਾਰਮ 'ਚ ਕਦੋਂ ਨਜ਼ਰ ਆਉਣਗੇ ਜਦੋਂ ਉਹ ਐਕਟਿਵ ਸੀ, ਕੰਮ ਕਰਦੇ ਸੀ? ਆ ਜੋ ਪਿਛਲੇ ਦਿਨ ਇਨਸੀਡੈਂਟ ਹੋਇਆ, ਅਗਰ ਇਸ ਨੂੰ ਆਪਾਂ ਨਾ ਕਰੀਏ ਤਾਂ ਕਿਸ ਤਰੀਕੇ ਤੋਂ ਸਾਨੂੰ ਨਜ਼ਰ ਆਉਣਗੇ ਯੋਗੇਸ਼ ਹਾਂਡਾ ਜੀ? ਮੈਂ ਤਾਂ ਰੋਜ਼ ਹੀ ਪਬਲਿਕ 'ਚ ਹੁੰਦਾ, ਰੋਜ਼ ਹੀ ਲੋਕਾਂ ਦੀ ਸੇਵਾ ਦੇ ਵਿੱਚ ਲੱਗੇ ਰਹਿਣਾ। ਤੁਸੀਂ ਦੇਖਿਆ ਜਦੋਂ ਪਿਛਲਾ ਲੋਕਡਾਊਨ ਸੀਗਾ, ਪਹਿਲਾ ਲੋਕਡਾਊਨ, ਉਹਦੇ ਵਿੱਚ ਸਾਡੀ ਸਮੁੱਚੀ ਟੀਮ ਨੇ ਬਹੁਤ ਕੰਮ ਕੀਤਾ ਲੋਕਾਂ ਦੇ ਭਲਾਈ ਦੇ ਵਿੱਚ। ਚਾਹੇ ਉਹ ਰਾਸ਼ਨ ਦਾ ਹੋਵੇ, ਚਾਹੇ ਲੰਗਰ ਹੋਵੇ, ਚਾਹੇ ਮੈਡੀਸਿਨ ਹੋਵੇ। ਸੋ ਉੱਦਾਂ ਹੀ ਆਪਾਂ ਜਿਹੜਾ ਕੰਮ ਹੈ ਨਿਰੰਤਰ ਚੱਲਦਾ ਰਹਿੰਦਾ ਹੈ। ਨਹੀਂ ਕਿ ਲੋਕਡਾਊਨ 'ਚ ਕੀਤਾ, ਇਸ ਲੋਕਡਾਊਨ ਦੇ ਵਿੱਚ ਵੀ ਸਾਡਾ ਜਿਹੜੇ ਲੋਕ ਘਰਾਂ ਦੇ ਵਿੱਚ ਕੁਆਰੰਟਾਈਨ ਸੀ ਉਹਨਾਂ ਤੱਕ ਲੰਗਰ ਪਹੁੰਚਾਉਣ ਦਾ ਜਿਹੜਾ ਕੰਮ ਸਾਡੀ ਟੀਮ ਨੇ ਕੀਤਾ, ਦਵਾਈਆਂ ਜਾਂ ਆਕਸੀਜਨ ਪਹੁੰਚਾਉਣ ਦਾ ਕੰਮ ਕੀਤਾ। ਹੁਣ ਵੀ ਤੁਸੀਂ ਜਦੋਂ ਮਰਜ਼ੀ ਆਓ, ਸਾਡਾ ਯੂਥ ਕਾਂਗਰਸ ਦਾ ਆਫਿਸ ਹੈ, ਉੱਥੇ ਮੈਂ 2 ਘੰਟੇ ਬੈਠਦੇ ਹਾਂ, ਲੋਕਾਂ ਦੀਆਂ ਸਮੱਸਿਆਵਾਂ ਜਿਹੜੀਆਂ ਗੱਲਾਂ ਹੁੰਦੀਆਂ ਉਹ ਕਰਦੇ ਹਾਂ। ਤਾਂ ਉਸ ਤੋਂ ਬਾਅਦ 24 ਘੰਟੇ ਲੋਕਾਂ ਲਈ ਸਮਰਪਿਤ ਹਾਂ ਔਰ ਲੋਕਾਂ ਲਈ ਕੰਮ ਕਰਨਾ। ਸ਼ੁਕਰੀਆ ਸਰ। ਧੰਨਵਾਦ। ਯੋਗੇਸ਼ ਹਾਂਡਾ ਜੀ ਨਾਲ ਗੱਲਬਾਤ ਕੀਤੀ, ਜਿੱਥੋਂ ਉਸ ਇਨਸੀਡੈਂਟ ਦੀ ਗੱਲ ਕੀਤੀ ਜਿੱਥੇ ਬੀਜੇਪੀ ਔਰ ਯੁਵਾ ਕਾਂਗਰਸ ਦੇ ਨੇਤਾ ਆਮਨੇ ਸਾਹਮਣੇ ਦਿਖਾਈ ਦੇ। ਜੋ ਵੀ ਇਹਨਾਂ ਦਾ ਪੱਖ ਸੀ ਇਹਨਾਂ ਨੇ ਰੱਖਿਆ, ਜੋ ਵੀ ਇਨਸੀਡੈਂਟ ਸੀ, ਜੋ ਇਹਨਾਂ ਦੀ ਤਰਫ ਤੋਂ ਜੋ ਵੀ ਇਹਨਾਂ ਨੇ ਚੀਜ਼ ਮਹਿਸੂਸ ਕੀਤੀ, ਇਹਨਾਂ ਨੇ ਸਾਡੇ ਨਾਲ ਸਾਂਝੀ ਕੀਤੀ। ਇਸੇ ਦੇ ਨਾਲ ਕੈਮਰਾਮੈਨ ਦਵਿੰਦਰ ਦੇ ਨਾਲ ਮੈਂ ਏਕਤਾ ਸਿੰਗਲਾ, ਤੁਸੀਂ ਦੇਖਦੇ ਰਹੋ ਖਬਰ ਦਿਨ ਪਰ। ਧੰਨਵਾਦ।